ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦਾ ਇੱਕ ਖਾਸ ਬੁਲੇਟਿਨ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਯਤਨ ਵਰਮਾ। ਗੱਲ ਕਰਾਂਗੇ ਪੰਜਾਬ ਦੀਆਂ ਕੁਝ ਵੱਡੀਆਂ ਅਤੇ ਖਾਸ ਖਬਰਾਂ ਦੀ। ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਗੋਗੀ ਤੋਂ, ਜਿਨ੍ਹਾਂ ਕੱਲ੍ਹ ਵੈਟਨਰੀ ਯੂਨੀਵਰਸਿਟੀ ਦੇ ਵਿੱਚ ਹੜਤਾਲੀ ਵਿਦਿਆਰਥੀਆਂ ਦੀਆਂ ਪੰਜਾਬ ਸਰਕਾਰ ਵੱਲੋਂ ਵਧੇਰੀਆਂ ਮੰਗਾਂ ਮੰਨੇ ਜਾਣ ਦੀ ਖੁਸ਼ੀ ਵਿੱਚ ਉਹਨਾਂ ਵਿਦਿਆਰਥੀਆਂ ਦੇ ਨਾਲ ਡਾਂਸ ਕੀਤਾ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਕੱਲ੍ਹ ਦੀਆਂ ਵੈਟਨਰੀ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਗੋਗੀ ਨੱਚਦੇ ਨਜ਼ਰ ਆ ਰਹੇ ਨੇ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਗੋਗੀ ਨੇ ਕੀ ਕਿਹਾ, ਇੱਕ ਵਾਰ ਜ਼ਰੂਰ ਸੁਣਦੇ ਹਾਂ। ਜੋ ਤੁਸੀਂ ਇਹਨਾਂ ਨੂੰ ਗਿਫਟ ਕੀਤੀ ਹੈ, ਇਹਨਾਂ ਦਾ ਮੈਂ ਤਾਂ ਕਹੂੰਗਾ ਪੌਕਟ ਮਨੀ ਆ ਬੱਚਿਆਂ ਦੀ ਇਹ, ਜੋ ਕਿ ਦੇਖੋ 6000 ਤਾਂ ਬਣਦਾ ਹੀ ਕੁਛ ਨਹੀਂ ਸੀਗਾ 500। ਇਹ ਤੁਹਾਡੀ ਫਰਾਕ ਦੇ ਲਈ ਆ, ਸਾਡੇ ਚੀਮਾ ਸਾਹਿਬ ਦੀ ਫਰਾਕ ਦੇ ਲਈ ਆ, ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਦੀ, ਔਰ ਆਪਣੀ ਸਾਰਿਆਂ ਨੇ ਰਲ ਕੇ ਜੋ ਤੁਸੀਂ ਇਹ ਉਦਮ ਕੀਤਾ, ਉਹਦੇ ਸਾਰੇ ਦੇ ਤੁਸੀਂ ਇਸ ਚੀਜ਼ ਦੇ ਸ਼੍ਰੇਅ ਤੁਹਾਨੂੰ ਆ ਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਸ ਚੀਜ਼ ਦਾ ਸ਼ੁਕਰ ਕਰਦੇ ਹਾਂ, ਸ਼ੁਕਰਗੁਜ਼ਾਰ ਹਾਂ ਤੁਹਾਡੇ, ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨਾਂ ਨਿਮਾਣੇ ਜਿਹੇ ਬੱਚਿਆਂ ਦੀ ਨਿੱਕੀਆਂ ਨਿੱਕੀਆਂ ਜਿੰਦਾ ਬੈਠੀਆਂ ਧੀਆਂ ਸਾਡੀਆਂ ਬੱਚੇ ਬੈਠੇ ਨੇ। ਬੜਾ ਮਨ ਦੁਖੀ ਹੁੰਦਾ ਜਦੋਂ ਮੈਂ ਇੱਥੇ ਆਉਂਦਾ ਸੀਗਾ ਜੀ, ਹਸਪਤਾਲਾਂ 'ਚ ਸਾਡੇ ਬੱਚੇ ਪਏ ਸੀ ਭੁੱਖ ਹੜਤਾਲ, ਕਿਉਂਕਿ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਜਿਹੜੇ ਲੀਡਰ ਸੀਗੇ, ਹੁਕਮਰਾਨ ਸੀਗੇ, ਉਹ ਸਿਰਫ ਵਾਅਦੇ ਕਰਕੇ ਜਾਂਦੇ ਸੀਗੇ। ਮੈਂ ਤੁਹਾਨੂੰ ਜਵਾਕੋ ਉਤਰਾ ਇੱਕ ਹੀ ਗੱਲ ਕਹੀ ਸੀ ਕਿ ਮੈਂ ਕੋਸ਼ਿਸ਼ ਕਰੂੰਗਾ, ਵਾਅਦਾ ਤਾਂ ਅਸੀਂ ਕਰਦੇ ਨਹੀਂ, ਕੋਸ਼ਿਸ਼ ਸਿਰੇ ਚੜੀ ਹੈ, ਸਾਡੇ ਸਾਰੇ ਇਹਨਾਂ ਦੀ ਟੀਮ ਨੇ ਸਿਰੇ ਚੜਾਈ ਹੈ। ਅੱਜ ਜਿਹੜੀ MBBS ਡਾਕਟਰਾਂ ਦੇ ਬਰਾਬਰ ਤੁਹਾਨੂੰ 1500 ਰੁਪਇਆ 15000 ਰੁਪਇਆ ਮਹੀਨਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਤੇ ਸਾਡੇ ਮੁੱਖ ਸਕੱਤਰ ਜੰਜੂਆ ਸਾਹਿਬ ਨੇ ਤੇ ਨਾਲ ਤੁਹਾਡਾ ਭਰਾ ਬੈਠ ਕੇ ਤੁਹਾਡਾ ਮਸਲਾ ਹੱਲ ਕਰਾਇਆ। ਤੇ ਇਹ ਮਸਲਾ ਪਿਛਲੇ 17 ਸਾਲਾਂ ਦਾ ਲੰਕਿਆ ਸੀ। ਤੇ ਮੈਂ ਤੇ ਇਹ ਵੇਖਦਾ ਕਿ ਜਦੋਂ ਕੋਈ ਮੱਝ ਜਾਂ ਗਾਂ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਸੂਣ ਦੇ ਦਿਨ ਆਉਂਦੇ ਆ, ਤੇ ਮੈਨੂੰ ਲੱਗਦਾ 8-8 ਘੰਟੇ ਲਗਾਤਾਰ ਸਾਡੀਆਂ ਬੱਚੀਆਂ, ਸਾਡੇ ਬੱਚੇ ਡਾਕਟਰ ਹੋਣ ਦੇ ਨਾਤੇ ਸਾਡੇ ਪੰਜਾਬ ਦੇ ਲੋਕਾਂ ਦੀ, ਸਾਡੇ ਪਸ਼ੂਆਂ ਦੀ ਸੇਵਾ ਕਰਦੇ ਨੇ। ਤੇ ਡੇਅਰੀ ਫਾਰਮਿੰਗ ਤੇ ਸਾਡੇ ਪਸ਼ੂ ਪਾਲਣ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਆ। ਤੇ ਮੈਂ ਇਹ ਬੇਨਤੀ ਕਰੂੰਗਾ ਕਿ ਜਿਹੜੇ ਕਿੱਤੇ ਨਾਲ, ਜਿਹੜੀ ਸੇਵਾ ਨਾਲ ਤੁਸੀਂ ਜੁੜੇ ਜੇ, ਇਹਨੂੰ ਵੱਧ ਤੋਂ ਵੱਧ ਇਹਨੂੰ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ। ਤੇ ਜਿਹੜਾ ਸਾਡਾ ਡੇਅਰੀ ਫਾਰਮਿੰਗ ਦਾ, ਪਸ਼ੂ ਪਾਲਣ ਦਾ ਕਿੱਤਾ ਹੈ, ਇਹਨੂੰ ਅੱਗੇ ਵਧਾਉਣ ਦੇ ਵਿੱਚ ਪੰਜਾਬ ਦੀ ਕਿਸਾਨੀ ਦਾ, ਕਿਉਂਕਿ ਪੰਜਾਬ ਸਰਕਾਰ ਇਸ ਗੱਲ ਲਈ ਬੜੀ ਤਤਪਰ ਆ ਕਿ ਅਸੀਂ ਕਿਸਾਨ ਦੀ ਜਿਹੜੀ ਆਮਦਨ ਹੈ ਡੇਅਰੀ ਫਾਰਮਿੰਗ ਦੀ, ਫਿਸ਼ਰੀ ਦੀ, ਪਸ਼ੂ ਪਾਲਣ ਦੀ, ਇਹ ਦੁੱਗਣੀ ਕਰੀਏ। ਉਧਰ ਕੇਂਦਰ ਵੱਲੋਂ MSP ਕਮੇਟੀ ਬਣਾਏ ਜਾਣ ਤੇ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੱਖੀ ਕਿਸਾਨ ਲੀਡਰਾਂ ਦੀ ਸ਼ਮੂਲੀਅਤ ਨਾ ਕਰਨ ਤੇ ਇਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਵੀ ਸਾਹਮਣੇ ਆਇਆ। ਆਓ ਸੁਣਦੇ ਹਾਂ ਇਹਨਾਂ ਦੋਨਾਂ ਲੀਡਰਾਂ ਦੇ ਖਾਸ ਬਿਆਨ। ਦੇਖੋ, ਬਹੁਤ ਵੱਡਾ ਅਫਸੋਸ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਜਿਹੜਾ ਸੂਬਾ ਖੇਤੀ ਪ੍ਰਧਾਨ ਸੂਬਾ, ਜੇ ਸੂਬੇ ਨੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਖੇਤੀ ਕਰਨ ਦੀ ਜਾਚ ਸਿਖਾਈ ਹੋਵੇ, ਜੇ ਸੂਬੇ ਨੇ ਜਦੋਂ ਦੇਸ਼ ਦੇ ਅੰਦਰ ਅੰਨ ਦਾ ਸੰਕਟ ਸੀਗਾ, ਉਸ ਸਮੇਂ ਸੰਕਟ ਜਿਹੜਾ ਉਹਨੂੰ ਦੂਰ ਕੀਤਾ ਹੋਵੇ, ਪੂਰੇ ਦੇਸ਼ ਨੂੰ ਅੰਨ ਖਵਾਇਆ ਹੋਵੇ, ਸਾਡੇ ਜੇ ਸੂਬੇ ਕੋ ਸਭ ਤੋਂ ਪੁਰਾਣੀ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਹੋਵੇ, ਜੇ ਸੂਬੇ ਨੇ ਚਿੱਟਾ ਇਨਕਲਾਬ ਲਿਆਂਦਾ ਹੋਵੇ, ਜੇ ਸੂਬੇ ਨੇ ਹਰੇ ਇਨਕਲਾਬ ਦੇ ਸਭ ਤੋਂ ਵੱਧ ਰੋਲ ਅਦਾ ਕੀਤਾ ਹੋਵੇ, ਜੇ ਸੂਬੇ ਨੇ ਦੇਸ਼ ਦੀ ਆਜ਼ਾਦੀ ਵਿੱਚ 95% ਕੁਰਬਾਨੀਆਂ ਕੀਤੀਆਂ ਹੋਣ, ਜੇ ਸੂਬੇ ਦੇ ਅੱਜ ਵੀ ਮੁੰਡੇ ਬਾਰਡਰਾਂ ਤੇ ਖੜੇ ਕੁਰਬਾਨੀਆਂ ਕਰ ਰਹੇ, ਕੋਈ CRP 'ਚ, ਕੋਈ ਫੌਜ 'ਚ, ਉਸ ਸੂਬੇ ਦੇ ਤੁਸੀਂ ਲੋਕਾਂ ਨੂੰ ਕੋਈ ਨੁਮਾਇੰਦਗੀ ਨਹੀਂ ਦੇ ਰਹੇ ਯਾਰ। ਬਹੁਤ ਗਲਤ ਕੀਤਾ ਮੋਦੀ ਨੇ। ਸਾਰੇ ਦੇਸ਼ ਮੋਦੀ ਦਾ ਨਹੀਂ ਹੈ, ਨਾ ਇਹ ਦੇਸ਼ BJP ਦਾ। ਇਹ ਦੇਸ਼ ਜਿਹੜਾ ਇਹ ਭਾਰਤੀਆਂ ਦਾ, ਹਿੰਦੁਸਤਾਨੀਆਂ ਦਾ। ਹਰ ਬੰਦੇ ਨੂੰ ਬਰਾਬਰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਅਸੀਂ ਖੇਤੀ ਦੇ ਵਿੱਚ ਦੇਸ਼ ਦੀ ਅਗਵਾਈ ਕਰ ਰਹੇ ਹਾਂ, ਸਾਨੂੰ ਤੁਸੀਂ ਬਾਹਰ ਰੱਖ ਕੇ ਕਿਹੜੀ ਖੇਤੀ ਡਿਵੈਲਪ ਕਰਨੀ ਚਾਹੁੰਦੇ ਜੀ? ਜਿਨ੍ਹਾਂ ਨੂੰ ਲੋੜ ਹੈ MSP ਦੀ, ਉਹਨਾਂ ਨੂੰ ਤੁਸੀਂ ਸੱਦ ਨਹੀਂ ਰਹੇ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰ ਰਹੇ, ਉਹਨਾਂ ਨੂੰ ਤੁਸੀਂ ਕਮੇਟੀ 'ਚ ਨਹੀਂ ਪਾ ਰਹੇ।
ਨਾ ਨਾ ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਨਾ ਕੋਈ ਕੋਸ਼ਿਸ਼ ਹੀ ਨਹੀਂ ਕੀਤੀ, ਕੋਈ ਸਾਨੂੰ ਕਾਲ ਨਹੀਂ ਆਈ। ਉਹਦਾ ਬੇਹੱਦ ਮਤਲਬ ਨਖੇਦੀ ਵਾਲੀ ਮਤਲਬ ਜਿਹੜੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਰੋਧ ਕੀਤਾ। ਸਰ ਵਿਰੋਧ ਹੋਇਆ ਸਾਰੇ ਦੇਸ਼ 'ਚ। ਜਿਸ ਬੰਦੇ ਨੂੰ ਉਹਦਾ ਚੇਅਰਮੈਨ ਲਾਤਾ ਉਹੀ ਬੰਦਾ ਜਿਹਨੇ 3 ਕਾਲੇ ਕਾਨੂੰਨ ਬਣਾਏ ਸੀ। ਕੀ ਅੱਜ ਉਹਦਾ ਖੇਤੀ ਨਾਲ ਕੀ ਸੰਬੰਧ ਹੈ ਜੀ? ਚਾਹੀਦਾ ਤੇ ਕਿ ਟੌਪ ਦਾ ਕੇ ਯੂਨੀਵਰਸਿਟੀ ਦਾ, ਸਾਡੀ ਯੂਨੀਵਰਸਿਟੀ ਕੋ ਲੁਧਿਆਣੇ ਕੋ ਬੜੇ ਟੌਪ ਦੇ ਡਾਕਟਰ ਹੈ, ਚਾਹੀਦਾ ਸੀ ਕੋਈ ਟੌਪ ਦਾ ਖੇਤੀ ਦਾ ਮਾਹਰ ਚਾਹੇ ਕਿਤੇ ਹੁੰਦਾ ਹਿੰਦੁਸਤਾਨ 'ਚ, ਉਹਨੂੰ ਮਤਲਬ ਜਿਹੜਾ ਉਹਦਾ ਚੇਅਰਮੈਨ ਲਾਉਣਾ ਚਾਹੀਦਾ। ਸਭ ਤੋਂ ਵੱਡੀ ਇਹ ਚੁਣੌਤੀ ਆ ਭਾਰਤ ਦੀ ਸਰਕਾਰ ਦੇ ਸਾਹਮਣੇ ਇੱਕ ਫਰਜ਼ੀ ਕਮੇਟੀ ਬਣਾ ਦਿੱਤੀ ਆ, ਇੱਕ ਬੋਗਸ ਕਮੇਟੀ ਬਣਾ ਦਿੱਤੀ ਆ, ਇੱਕ ਅਫਸਰਸ਼ਾਹੀ ਦੀ ਕਮਾਂਡ ਵਿੱਚ ਕਮੇਟੀ ਬਣਾ ਦਿੱਤੀ ਆ। ਉਹਦੇ 'ਚ ਆਪਣੇ ਬੰਦੇ ਪਹਿਲਾਂ ਹੀ ਭਰਤੀ ਕਰ ਲਏ ਨੇ ਔਰ ਹੁਣ ਮੈਂ ਦੇਖ ਰਿਹਾ ਵਾਂ ਕਿ ਐਮਐਸਪੀ ਤੋਂ ਐਗਰੀਕਲਚਰ ਮਿਨਿਸਟਰ ਮਿਸਟਰ ਟੋਮਰ ਦਾ ਬਿਆਨ ਦੇਖ ਰਿਹਾ ਸੀਗਾ, ਉਹ ਐਮਐਸਪੀ ਤੋਂ ਵੀ ਭੱਜ ਰਹੇ ਨੇ। ਐਡੀ ਵੱਡੀ ਜਨਤਕ ਕਮਿਟਮੈਂਟ ਦੇਣ ਤੋਂ ਬਾਅਦ ਅੱਜ ਸਰਕਾਰ ਜਿਹੜੀ ਆ ਉਹ ਐਮਐਸਪੀ ਦੇਣ ਤੋਂ ਵੀ ਕਤਰਾ ਰਹੀ ਆ। ਇਸ ਕਰਕੇ ਜਿੱਦਾਂ ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਅਸੀਂ ਕਮੇਟੀ ਰਿਜੈਕਟ ਕਰਦੇ ਹਾਂ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ। ਜਿੱਦਾਂ ਉਹਨਾਂ ਨੇ ਕਮੇਟੀ ਰਿਜੈਕਟ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਮੈਂਬਰ ਨਹੀਂ ਨਾਮਜ਼ਦ ਕਰਾਂਗੇ ਉਸ ਕਮੇਟੀ 'ਚ, ਔਰ ਉਹਨਾਂ ਨੇ ਕਿਹਾ ਅਸੀਂ ਸੰਘਰਸ਼ ਕਰਾਂਗੇ। ਕਾਂਗਰਸ ਪਾਰਟੀ ਇਸ ਕਿਸਾਨੀ ਅੰਦੋਲਨ ਆਗੂ ਜਿਹੜੇ ਕੋਈ ਕਿਸਾਨ ਅੰਦੋਲਨ ਕਰਨਗੇ ਇਸ ਮੁੱਦੇ ਨੂੰ ਲੈ ਕੇ, ਤਾਂ ਸਾਡੀ ਪਾਰਟੀ ਉਹਨਾਂ ਦਾ 100% ਸਪੋਰਟ ਕਰੇਗੀ। ਅਸੀਂ ਕਿਸਾਨਾਂ ਦੀ ਸਪੋਰਟ ਕਰਾਂਗੇ, ਅਸੀਂ ਖੇਤ ਮਜ਼ਦੂਰਾਂ ਦੀ ਸਪੋਰਟ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ। ਜਦ ਤੱਕ ਇਸ ਮਸਲੇ ਨੂੰ ਸੁਲਝਾਇਆ ਨਹੀਂ ਜਾਂਦਾ ਉਦੋਂ ਤੱਕ ਇਹ ਦੇਸ਼ ਜਿਹੜਾ ਵਾ ਮੈਂ ਸਮਝਦਾ ਕਿ ਸਹੀ ਮਾਇਨਿਆਂ ਵਿੱਚ ਤਰੱਕੀ ਨਹੀਂ ਕਰ ਸਕਦਾ। ਔਰ ਮੈਂ ਉਦੋਂ ਵੀ ਕਿਹਾ ਸੀ, ਦੁਬਾਰਾ ਰਿਪੀਟ ਕਰ ਦੇਣਾ ਕਿ ਇਹ ਸਰਕਾਰ ਖਾਸ ਤੌਰ ਤੇ ਪਿਛਲੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਆ, ਇਹਨਾਂ ਨੇ 12 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕੀਤਾ ਔਨ ਦ ਪ੍ਰੀਟੈਕਸਟ ਕੇ ਅਕਾਊਂਟਸ ਐਨਪੀਏ ਹੋ ਗਏ, ਕਾਰਪੋਰੇਟ ਘਰਾਣਿਆਂ ਨੂੰ ਘਾਟਾ ਪੈ ਗਿਆ, ਉਹ ਬੈਂਕਰਪਟ ਹੋ ਗਏ। ਸਾਡੇ ਜਿਹੜੇ ਬੈਂਕ ਆ ਇਹਨਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਇਹਨਾਂ ਦਾ ਕਰਜ਼ਾ ਮਾਫ ਕਰਨਾ ਪਵੇਗਾ। 12 ਲੱਖ ਕਰੋੜ ਰੁਪਇਆ ਮਾਫ ਕੀਤਾ ਪਿਛਲੇ 10 ਸਾਲਾਂ ਦੇ ਵਿੱਚ। ਆ ਪਿਛਲੇ ਬਜਟ ਵਿੱਚ 2020-21 ਵਿੱਚ 2 ਲੱਖ ਕਰੋੜ ਰੁਪਇਆ ਇੱਕ ਝਟਕੇ ਦੇ ਵਿੱਚ ਚੰਦ ਘਰਾਣਿਆਂ ਦਾ ਮਾਫ ਕੀਤਾ ਵਾ। ਪਰ ਜਿਹੜਾ ਕਰਜ਼ਾ ਕਿਸਾਨਾਂ ਤੇ ਚੜਿਆ, ਜਿਹੜੇ ਕਰੋੜਾਂ ਪਰਿਵਾਰ ਨੇ ਦੇਸ਼ ਭਾਰਤ ਦੇ ਵਿੱਚ, ਉਹਨਾਂ ਦਾ ਕਰਜ਼ੇ ਦੀ ਕੋਈ ਗੱਲ ਨਹੀਂ ਕਰ ਰਿਹਾ। ਔਰ ਮੈਂ ਉਦੋਂ ਦੁਬਾਰਾ ਰਿਪੀਟ ਕਰ ਦਿੰਦਾ, ਰੇਟ ਆਫ ਇੰਟਰਸਟ ਦੁਨੀਆ ਭਰ ਵਿੱਚ ਕਿਤੇ ਉਹ ਵਿਆਜ ਨਹੀਂ ਲੱਗ ਸਕਦਾ ਜਿਹੜਾ ਵਿਆਜ ਵਪਾਰ ਨੂੰ ਲਾਇਆ ਜਾਂਦਾ ਵਾ। ਉਧਰ ਇਸ ਪੂਰੇ ਮਸਲੇ ਨੂੰ ਲੈ ਕੇ ਸਾਡੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਸਲੇ ਨੂੰ ਲੈ ਕੇ? ਮੈਂ ਦੇਖਿਆ ਜ਼ਿਆਦਾਤਰ ਜ਼ੋਰ ਹੈ ਜਿਹੜਾ ਸਰਕਾਰਾਂ ਦਾ ਸਮੇਂ-ਸਮੇਂ ਤੇ ਕੇਂਦਰ ਸਰਕਾਰ ਨੂੰ ਨਿੰਦਣ ਤੇ ਲੱਗਿਆ ਰਹਿੰਦਾ ਹੈ। ਹੁਣ ਮੈਂ ਸੁਣ ਰਿਹਾ ਸੀ ਕੱਲ ਮੀਤ ਹੇਅਰ ਸਾਹਿਬ ਦੀ ਪ੍ਰੈਸ ਕਾਨਫਰੰਸ, ਬਰਨਾਲੇ ਪਹਿਲੀ ਵਾਰੀ ਗਏ ਸੀ ਮੰਤਰੀ ਬਣਨ ਤੋਂ ਬਾਅਦ, ਉਹਨਾਂ ਨੂੰ ਮੁਬਾਰਕਾਂ। ਉੱਥੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਕਿ ਐਮਐਸਪੀ ਕਮੇਟੀ ਜਿਹੜੀ ਹੈ ਉਹ ਕਿਸਾਨ ਵਿਰੋਧੀ ਹੈ। ਮੀਤ ਹੇਅਰ ਜੀ ਕਹਿੰਦੇ ਕੇਂਦਰ ਨੇ ਉਹ ਗੱਲ ਸਮਝ ਆਉਂਦੀ ਹੈ ਵੀ ਪੰਜਾਬ ਦੇ ਨੁਮਾਇੰਦੇ ਨਹੀਂ ਪਾਏ, ਪੰਜਾਬ ਸਰਕਾਰ ਦਾ ਨੁਮਾਇੰਦਾ ਨਹੀਂ ਪਾਇਆ। ਰਾਘਵ ਚੱਡਾ ਜੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਬਿਆਨ ਵੀ ਜਾਰੀ ਕੀਤਾ, ਅਸੀਂ ਵੀ ਆਪਣੇ ਟੈਲੀਵਿਜ਼ਨ ਤੇ ਦਿਖਾਇਆ, ਆਪਣੇ ਚੈਨਲ ਤੇ ਦਿਖਾਇਆ ਵੀ ਠੀਕ ਹੈ ਜੀ, ਕੇਂਦਰ ਨੂੰ ਪੰਜਾਬ ਦੀ ਨੁਮਾਇੰਦਗੀ ਦੇਣੀ ਚਾਹੀਦੀ ਸੀ। ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕੇਂਦਰ ਵਿਤਕਰਾ ਕਰ ਰਿਹਾ, ਪੰਜਾਬ ਨਾਲ ਧੱਕਾ ਹੋ ਰਿਹਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਕੌਮੀ ਅੰਨ ਭੰਡਾਰ ਦੇ ਵਿੱਚ ਵੱਡਾ ਹਿੱਸਾ ਪੰਜਾਬ ਦਿੰਦਾ ਹੈ, ਫਿਰ ਵੀ ਪੰਜਾਬ ਨਾਲ ਧੱਕਾ ਹੋ ਰਿਹਾ। ਕੇਂਦਰ ਵਾਲੀ ਗੱਲ ਠੀਕ ਹੈ, ਇਸੇ ਕਰਕੇ ਬੀਜੇਪੀ ਨੂੰ ਕਿਸਾਨੀ ਵੋਟ ਨਹੀਂ ਜ਼ਿਆਦਾ ਮਿਲ ਰਹੀ ਪੰਜਾਬ 'ਚ, ਇਸੇ ਕਰਕੇ ਬੀਜੇਪੀ ਨੂੰ ਸਾਡੇ ਪੇਂਡੂ ਖੇਤਰਾਂ ਦੀ ਵੋਟ ਨਹੀਂ ਜ਼ਿਆਦਾ ਮਿਲ ਰਹੀ, ਕਿਉਂਕਿ ਉਹ ਨਹੀਂ ਸਮਝ ਰਹੇ ਬੀਜੇਪੀ ਵਾਲੇ ਪੰਜਾਬ ਦੀਆਂ ਦਿੱਕਤਾਂ। ਔਰ ਪੰਜਾਬ ਦੇ ਬੀਜੇਪੀ ਦੇ ਲੀਡਰ ਵੀ ਸਾਡੀ ਕਿਸਾਨੀ ਦੀ ਬਾਂਹ ਨਹੀਂ ਫੜ ਰਹੇ। ਇਹ ਬਦਕਿਸਮਤੀ ਹੈ ਕਿ ਪੰਜਾਬ 'ਚ ਬੀਜੇਪੀ ਕੋਲੇ ਕੋਈ ਐਡਾ ਵੱਡਾ ਲੀਡਰ ਨਹੀਂ ਹੈ ਜਿਹੜਾ ਪੰਜਾਬ ਦੇ ਹੱਕ ਦੀ ਗੱਲ, ਕਿਸਾਨਾਂ ਦੇ ਹੱਕ ਦੀ ਗੱਲ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੇ ਕੰਨ 'ਚ ਸਿੱਧੀ ਜਾ ਕੇ ਕਹਿ ਦੇ। ਕੋਈ ਐਡੇ ਵੱਡੇ ਕੱਦ ਦਾ ਲੀਡਰ ਹੀ ਨਹੀਂ। ਸੰਨੀ ਦਿਓਲ ਸਾਹਿਬ ਸੀ, ਉਹ ਘੱਟ ਆਉਂਦੇ ਨੇ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਤਾਂ ਵੋਟ ਵੀ ਨਹੀਂ ਪਾਈ। ਜਦੋਂ ਸਾਡੇ ਰਾਸ਼ਟਰਪਤੀ ਦੀ ਚੋਣ ਸੀ, ਬੀਬੀ ਦ੍ਰੋਪਦੀ ਮੁਰਮੂ ਜੀ ਰਾਸ਼ਟਰਪਤੀ ਬਣ ਗਏ ਨੇ, ਮੁਬਾਰਕਾਂ ਉਹਨਾਂ ਨੂੰ ਵੀ ਔਰ ਪੂਰੇ ਦੇਸ਼ ਨੂੰ ਵੀ। ਆਦੀਵਾਸੀ ਮਹਿਲਾ ਨੇ, ਇਹ ਦੂਸਰੀ ਵਾਰੀ ਸਾਡੇ ਮੁਲਕ 'ਚ ਮਹਿਲਾ ਰਾਸ਼ਟਰਪਤੀ ਬਣੇ ਨੇ, ਪਹਿਲਾਂ ਬੀਬੀ ਮੀਰਾ ਕੁਮਾਰ ਜੀ ਬਣੇ ਸੀ। ਹੁਣ ਸੰਨੀ ਦਿਓਲ ਸਾਹਿਬ ਨੇ ਤਾਂ ਰਾਸ਼ਟਰਪਤੀ ਦੇ ਲਈ ਵੀ ਵੋਟ ਨਹੀਂ ਪਾਈ। ਹੁਣ ਉਹੀ ਬਾਂਹ ਫੜ ਲੈਂਦੇ ਪੰਜਾਬ ਦੀ ਕਿਸਾਨੀ ਦੀ। ਟਵੀਟ ਕੀਤਾ ਸੀ ਇੱਕ ਕਿਸਾਨ ਅੰਦੋਲਨ ਵੇਲੇ
ਟਵੀਟਾਂ ਨਾਲ ਕਿੱਥੇ ਗੱਲ ਬਣਦੀ ਹੈ। ਹੁਣ ਗੱਲ ਮੈਂ ਫਿਰ ਮੁੱਦੇ ਤੇ ਆਉਣਾ। ਸੋ ਚੁਣੌਤੀ ਅਸਲ ਹਰਜੋਤ ਜੀ ਭਗਵੰਤ ਮਾਨ ਸਾਹਿਬ ਅੱਗੇ ਇਹ ਹੈ, ਕੇਂਦਰ ਨੂੰ ਨਿੰਦ ਕੇ ਕੰਮ ਨਹੀਂ ਚੱਲਣਾ। ਕੇਂਦਰ ਨੂੰ ਨਿੰਦੀ ਜਾਓ ਤੁਸੀਂ, ਉਹ ਤਾਂ ਕਿੰਨੀਆਂ ਪੋਲੀਟੀਕਲ ਪਾਰਟੀਆਂ ਆਈਆਂ, ਕਾਂਗਰਸ ਹੈ, ਅਕਾਲੀ ਦਲ ਹੈ, ਪੰਜਾਬ 'ਚ ਬਹੁਜਨ ਸਮਾਜ ਪਾਰਟੀ ਸੀ, ਲੈਫਟ ਪਾਰਟੀਆਂ ਸੀ, ਉਹ ਸਾਰੇ ਬੀਜੇਪੀ ਨੂੰ ਨਿੰਦਦੇ ਰਹੇ ਹੈ। ਉਹ ਤਾਂ ਸਿਆਸੀ ਵਿਰੋਧ ਇੱਕ ਦੂਜੇ ਦਾ ਚੱਲਦਾ ਰਹਿਣਾ। ਪਰ ਮਸਲਾ ਇਹ ਹੈ ਕਿ ਪੰਜਾਬ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਏਗੀ। ਕੀ ਭਗਵੰਤ ਮਾਨ ਸਾਹਿਬ ਹੁਣ ਵੀਡੀਓ ਜਾਰੀ ਕਰਨਗੇ ਵੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਕਿ ਦਿੱਲੀ ਮਾਡਲ ਦੀ ਤਰਜ਼ ਤੇ ਦੇਵਾਂਗੇ, 50,000 ਪ੍ਰਤੀ ਹੈਕਟੇਅਰ ਦੇ ਫਾਰਮੂਲੇ ਤੇ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ, ਜਾਂ 20,000 ਪ੍ਰਤੀ ਹੈਕਟੇਅਰ ਦੇ ਫਾਰਮੂਲੇ ਤੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੇ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਊਗਾ। ਕਿਉਂਕਿ ਭਗਵੰਤ ਮਾਨ ਸਾਹਿਬ ਨੇ ਬਹੁਤ ਸ਼ਾਇਰੀ ਵੀ ਕੀਤੀ ਹੈ, ਚੁਟਕਲੇ ਵੀ ਸੁਣਾਏ ਨੇ, ਕਵਿਤਾਵਾਂ ਵੀ ਸੁਣਾਈਆਂ, ਛੋਟੇ ਛੋਟੇ ਚੈੱਕ ਪੰਜਾਬ 'ਚ ਦਿੱਤੇ ਜਾਂਦੇ ਰਹੇ ਨੇ ਮੁਆਵਜ਼ੇ ਵਜੋਂ। ਇਸ ਵਾਰ ਅਗਨੀ ਪ੍ਰੀਖਿਆ ਹੈ। ਸੋ ਇਸ ਕਰਕੇ ਹੁਣ ਸਿਰਫ ਜਜ਼ਬਾਤ ਤੇ ਗੱਲਾਂ ਦਾ ਵਕਤ ਨਹੀਂ ਹਰਜੋਤ ਜੀ। ਮੈਨੂੰ ਵੀ ਬੜਾ ਦੁੱਖ ਹੈ, ਤੁਹਾਡੀਆਂ ਵੀ ਮੈਂ ਭਾਵਨਾਵਾਂ ਸਮਝੀਆਂ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਸ਼ਬਦਾਂ 'ਚ ਕਿਸਾਨਾਂ ਦਾ ਦੁੱਖ ਮੈਨੂੰ ਦਿਖ ਰਿਹਾ ਸੀ। ਸੋ ਤੁਸੀਂ ਖੁਦ ਪੰਜਾਬ 'ਚ ਜੰਮੇ ਪਲੇ ਹੋ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੋ ਗਿਆ ਕਿ ਹੁਣ ਸਾਡੀ ਸਿਆਸਤ, ਸੁਖਪਾਲ ਖਹਿਰਾ ਵੀ ਡਟ ਕੇ ਖੜਿਆ, ਮੈਂ ਦੇਖਿਆ ਪ੍ਰਤਾਪ ਬਾਜਵਾ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਨੁਕਸਾਨ ਹੋ ਗਏ ਸਾਡੇ ਐਡੇ ਕੁਦਰਤੀ ਫਸਲਾਂ ਦੇ, ਕਈ ਪਿੰਡਾਂ 'ਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ। ਸੋ ਤੁਰੰਤ ਭਗਵੰਤ ਮਾਨ ਜੀ ਅੱਜ ਕੋਈ ਵੀਡੀਓ ਜਾਰੀ ਕਰੋ, ਕੋਈ ਮੁਆਵਜ਼ੇ ਦਾ ਐਲਾਨ ਕਰੋ ਤਾਂ ਕਿ ਕਿਸਾਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਪਵੇ। ਜਦੋਂ ਫਸਲ ਸਾਹਮਣੇ ਅੱਖਾਂ ਦੇ ਤਬਾਹ ਹੋਈ ਪਈ ਹੋਵੇ, ਮੁੱਧੀ ਹੋਈ ਪਈ ਹੋਵੇ, ਤੇ ਥੋੜ੍ਹਾ ਜਿਹਾ ਜਿਹੜਾ ਮੁਆਵਜ਼ੇ ਦਾ ਐਲਾਨ ਹੋ ਜਾਂਦਾ ਹੈ ਤੇ ਭਾਈ ਅਸੀਂ ਇਸ ਹਿਸਾਬ ਨਾਲ ਮੁਆਵਜ਼ਾ ਦੇਵਾਂਗੇ, ਥੋੜ੍ਹੀ ਜਿਹੀ ਰਾਹਤ ਹੋ ਜਾਂਦੀ ਹੈ। ਉਧਾਰ ਤੇ ਪੈਸੇ ਫੜ ਕੇ ਝੋਨਾ ਬੀਜਿਆ ਸਾਡੇ ਲੋਕਾਂ ਨੇ, ਡੀਜ਼ਲ ਵੀ ਖੂਬ ਵਰਤਿਆ, ਔਰ ਤੁਸੀਂ ਡੀਜ਼ਲ ਘੱਟ ਵੀ ਨਹੀਂ ਕੀਤਾ ਮੁੱਲ। ਚਰਨਜੀਤ ਚੰਨੀ 10 ਰੁਪਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਗਏ ਸੀ। ਇਸ ਮਸਲੇ ਨੂੰ ਉਹਨਾਂ ਨੇ ਕਾਫੀ ਹੱਦ ਤੱਕ ਹੱਲ ਕੀਤਾ ਸੀ। ਡੀਜ਼ਲ ਬਹੁਤ ਮਹਿੰਗਾ ਹੈ। ਸੋ ਇਸ ਪਾਸੇ ਮੈਂ ਉਮੀਦ ਕਰਦਾ ਕਿ ਸਿਰਫ ਬਿਆਨਾਂ ਤੱਕ ਸੀਮਤ ਨਹੀਂ ਰਹੂਗੀ। ਸੱਤਾਧਾਰੀ ਧਿਰ ਇਸ ਮਸਲੇ ਤੇ ਸੰਜੀਦਾ ਨੇ। ਸਾਡੇ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ, ਮੈਨੂੰ ਲੱਗਦਾ ਸਾਰੇ ਮਿਲ ਜੁਲ ਕੇ ਭਗਵੰਤ ਮਾਨ ਸਾਹਿਬ ਤੋਂ ਜ਼ਰੂਰ ਵੀਡੀਓ ਜਾਰੀ ਕਰਾਉਣਗੇ ਵੀ ਅਸੀਂ ਕਿੰਨਾ ਮੁਆਵਜ਼ਾ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਹੁਣ ਦੇਵਾਂਗੇ। ਕੀ ਕੈਪਟਨ ਅਮਰਿੰਦਰ ਸਿੰਘ ਵਾਲੀ ਨੀਤੀ ਤੇ ਹੀ ਮੁਆਵਜ਼ਾ ਦਿੱਤਾ ਜਾਣਾ ਹੈ, ਜਾਂ ਬਦਲਾਅ ਵਾਲੀ ਨੀਤੀ, ਆਮ ਆਦਮੀ ਪਾਰਟੀ ਦੀ ਨੀਤੀ ਤੇ ਦਿੱਲੀ ਮਾਡਲ ਦੀ ਨੀਤੀ ਤੇ ਮੁਆਵਜ਼ਾ ਦਿੱਤਾ ਜਾਣਾ ਹੈ ਕਿਸਾਨਾਂ ਨੂੰ, ਇਹਦੇ ਤੇ ਨਜ਼ਰ ਰਹੇਗੀ। ਉਧਰ ਕੱਲ੍ਹ ਕੈਬਨਿਟ ਮੰਤਰੀ ਮੀਤ ਹੇਅਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਪੰਜਾਬ ਦੇ ਨੌਜਵਾਨਾਂ ਲਈ ਵੀ ਇੱਕ ਸੰਦੇਸ਼ ਦਿੱਤਾ ਹੈ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਹ ਰਸਤਾ ਛੱਡ ਕੇ ਤੁਸੀਂ ਮੁੱਖ ਧਾਰਾ ਦੇ ਵਿੱਚ ਆਓ। ਇਹ ਜ਼ਿੰਦਗੀ ਪ੍ਰਮਾਤਮਾ ਨੇ ਬੜੀ ਖੂਬਸੂਰਤ ਸਾਨੂੰ ਦਿੱਤੀ ਹੈ। ਤੁਸੀਂ ਮਿਹਨਤ ਕਰੋ, ਕੰਮ ਕਰੋ ਤੇ ਅੱਛਾ ਜੀਵਨ ਆਪਣਾ ਜਿਹੜਾ ਉਹ ਬਤੀਤ ਕਰੋ, ਇਦਾਂ ਦੇ ਕੰਮ ਛੱਡ ਕੇ। ਪਰ ਜੇ ਕੋਈ ਫਿਰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਊਗਾ, ਨਹੀਂ ਮੁੱਖ ਧਾਰਾ 'ਚ ਆਉਣਾ ਚਾਹੁੰਦਾ, ਤਾਂ ਉਹਦੇ ਲਈ ਸਰਕਾਰ ਦਾ ਤੇ ਸਾਡੀ ਪੁਲਿਸ ਦਾ ਜਿਹੜਾ ਰੁਖ ਹੈ ਉਹ ਬੜਾ ਕਲੀਅਰ ਇਸ ਤਰ੍ਹਾਂ ਸਖਤ ਰਹੂਗਾ। ਕਿਉਂਕਿ ਕੱਲ੍ਹ ਵੀ ਕੋਈ ਸਿੱਧੀਆਂ ਗੋਲੀਆਂ ਨਹੀਂ ਚਲਾਤੀਆਂ। ਉਹਨਾਂ ਨੂੰ ਕਿਹਾ ਗਿਆ ਵੀ ਭਾਈ ਤੁਸੀਂ ਜਿਹੜੇ ਹਥਿਆਰ ਨੇ ਉਹ ਸਿੱਟ ਦਿਓ, ਤੁਸੀਂ ਸਰੈਂਡਰ ਕਰ ਦਿਓ। ਪਰ ਜਦੋਂ ਉਹਨਾਂ ਨੇ ਨਹੀਂ ਸਰੈਂਡਰ ਕੀਤਾ ਤਾਂ ਫਿਰ ਸਾਡੇ ਜਿਹੜੇ ਜਵਾਨ ਉਹਨਾਂ ਦੇ ਵੀ ਗੋਲੀਆਂ ਲੱਗੀਆਂ, ਤਾਂ ਮਜਬੂਰੀ ਬਸ ਜਿਹੜਾ ਐਨਕਾਊਂਟਰ ਹੈ ਉਹ ਕਰਨਾ ਪਿਆ। ਸੋ ਅਸੀਂ ਨਹੀਂ ਚਾਹੁੰਦੇ ਵੀ ਭਾਈ ਅਸੀਂ ਕਿਸ ਦਾ, ਜਿਹੜੀ ਪੁਲਿਸ ਨਹੀਂ ਚਾਹੁੰਦੀ ਵੀ ਕਿਸ ਦਾ ਐਨਕਾਊਂਟਰ ਹੋਵੇ। ਅਸੀਂ ਚਾਹੁੰਦੇ ਹਾਂ ਕਿ ਮੁੱਖ ਧਾਰਾ 'ਚ ਆਉਣ, ਦੁਬਾਰਾ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਆ ਉਹਦੇ ਵਿੱਚ ਆਉਣ। ਪਰ ਜੇ ਕੋਈ ਫਿਰ ਵੀ ਨਹੀਂ ਆਉਣਾ ਚਾਹੁੰਦਾ, ਕਾਨੂੰਨ ਨੂੰ ਹੱਥ 'ਚ ਲਊਗਾ, ਤਾਂ ਉਹਦਾ ਹਸ਼ਰ ਜਿਹੜਾ ਇਹੀ ਹੋਊਗਾ। ਤੇ ਬਾਕੀ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਵੀ, ਟ੍ਰੇਡਰਸ ਨੂੰ, ਸਾਰਿਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਇਹ ਭਗਵੰਤ ਮਾਨ ਜੀ ਦੀ ਸਰਕਾਰ ਹੈ। ਅਸੀਂ ਹਰ ਹਾਲਤ 'ਚ ਪੰਜਾਬ ਦਾ ਜਿਹੜਾ ਵਪਾਰ ਹੈ, ਪੰਜਾਬ ਦੀ ਇਕਨੋਮੀ ਹੈ, ਉਹਨੂੰ ਅੱਗੇ ਲੈ ਕੇ ਜਾਣਾ। ਪੰਜਾਬ ਦੀ ਜਿਹੜੀ ਸ਼ਾਂਤੀ ਲਈ ਸਰਕਾਰ 100% ਦ੍ਰਿੜ ਹੈ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕੋਈ ਵੀ ਤੁਹਾਨੂੰ ਇੱਦਾਂ ਦੀ ਕਾਲ ਆਉਂਦੀ ਹੈ, ਕੋਈ ਵੀ ਤੁਹਾਨੂੰ ਇੱਦਾਂ ਦਾ ਮੈਸੇਜ ਆਉਂਦਾ ਕਿਸੇ ਨੂੰ ਧਮਕੀ ਵਾਲਾ, ਤਾਂ ਤੁਸੀਂ
ਪੁਲਿਸ ਦੇ ਧਿਆਨ ਚ ਲਿਆਓ, ਕਿਉਂਕਿ ਇੱਥੇ ਪੁਰਾਣੀਆਂ ਸਰਕਾਰਾਂ ਨਹੀਂ ਵੀ ਇੱਥੇ ਪੁਸ਼ਤ ਪਨਾਹੀ ਕਰਨ ਵਾਲੇ ਲੋਕ ਹੈ ਜਿਹੜੇ ਸਰਕਾਰਾਂ 'ਚ ਬੈਠੇ ਆ ਵੀ ਤੁਸੀਂ ਪੁਲਿਸ ਨੂੰ ਕਹੋਗੇ ਪੁਲਿਸ ਤੁਹਾਡੀ ਸੁਣੂਗੀ ਨਹੀਂ, ਉਲਟਾ ਉਹ ਲੋਕਾਂ ਤੱਕ ਜਿਹੜਾ ਮੈਸੇਜ ਪਹੁੰਚ ਜਾਊਗਾ। ਸੋ ਪੁਲਿਸ ਤੁਹਾਡੇ ਨਾਲ ਹੈ, ਪ੍ਰਸ਼ਾਸਨ ਤੁਹਾਡੇ ਨਾਲ ਹੈ। ਕੋਈ ਵੀ ਐਦਾਂ ਦਾ ਤੁਹਾਨੂੰ ਕੋਈ ਕਾਲ ਮੈਸੇਜ ਆਉਂਦਾ ਹੈ, ਤੁਸੀਂ ਸਾਡੇ ਧਿਆਨ 'ਚ ਲਿਆਓ। ਤੁਹਾਡੀ ਸੇਫਟੀ ਲਈ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਕਿਉਂਕਿ ਪੰਜਾਬ 'ਚ ਸ਼ਾਂਤੀ ਬਹਾਲ ਰੱਖਣਾ ਇਹ ਸਾਡੀ ਜਿਹੜੀ ਪ੍ਰਾਇੋਰਟੀ ਹੈ, ਕਿਉਂਕਿ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਕ੍ਰਾਈਮ ਐਂਡ ਜਿਹੜਾ ਡਰੱਗਸ ਵਾਲਾ ਜਿਹੜਾ ਮਾਫੀਆ ਪਿਛਲੇ ਸਮੇਂ ਪੰਜਾਬ 'ਚ ਜਿਹੜਾ ਚੱਲ ਰਿਹਾ ਹੈਗਾ। ਸੋ ਮੈਂ ਦੁਬਾਰਾ ਸਾਡੇ ਜਿਹੜੇ ਪੁਲਿਸ ਜਿਹੜੀ ਜਿਨ੍ਹਾਂ ਨੇ ਕੱਲ ਮੈਂ ਕਹਿੰਦਾ ਬੜੀ ਦਲੇਰੀ ਨਾਲ ਇਹ ਜਿਹੜਾ ਕਦਮ ਚੁੱਕਿਆ, ਮੈਂ ਉਹਨਾਂ ਦੀ ਸ਼ਲਾਘਾ ਕਰਦਾ ਤੇ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ ਇਹ ਜਿਹੜੀ ਸਰਕਾਰ ਦੀ। ਤੇ ਮੈਂ ਦੁਬਾਰਾ ਅਪੀਲ ਵੀ ਕਰਦਾ ਤੇ ਦੁਬਾਰਾ ਇਹ ਵੀ ਕਹਿਣਾ ਕਿ ਜਿਹੜਾ ਮੁਖਤਰਾ 'ਚ ਨਹੀਂ ਆਊਗਾ ਉਹਦੇ ਲਈ ਜਿਹੜਾ ਸਰਕਾਰ ਦਾ ਸਾਡੀ ਪੁਲਿਸ ਦਾ ਰੁਖ ਹੈ ਬੜਾ ਸਖਤ ਰਹੂਗਾ, ਕਿਉਂਕਿ ਪੰਜਾਬ ਦੀ ਅਮਨ ਤੇ ਸ਼ਾਂਤੀ ਅਸੀਂ ਕਿਸੇ ਹਾਲਾਤ 'ਚ ਜਿਹੜੀ ਭੰਗ ਹੈ ਉਹ ਨਹੀਂ ਹੋਣ ਦੇਵਾਂਗੇ। ਉਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਨਮਾਨ ਕੀਤਾ ਗਿਆ। ਆਓ ਸੁਣਦੇ ਹਾਂ ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਨੇ ਕੀ ਬਿਆਨ ਦਿੱਤਾ। ਇਹ ਦੋਵੇਂ ਕੇਸ ਜੋ ਬਹਬਲ ਕਲਾਂ ਅਤੇ ਕੋਟਕਪੂਰਾ ਵਾਲੇ ਦੋਸ਼ੀਆਂ ਵੱਲੋਂ ਚੈਲੰਜ ਕੀਤੇ ਗਏ ਸੀ, ਪਿਛਲੇ ਸਾਲ ਦੇਖੋ ਕੋਟਕਪੂਰਾ ਵਾਲਾ ਕੇਸ ਜਿਹੜਾ ਸੀ ਉਹ ਕੁਐਸ ਹੋ ਗਿਆ ਸੀ, ਤਾਂ ਇਸ ਵਾਰੀ ਜੋ ਜਜਮੈਂਟ ਆਇਆ ਹੈ ਬਹਬਲ ਕਲਾਂ ਕੇਸ ਦੇ ਬਾਰੇ, ਉਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਨੂੰ ਕਾਇਮ ਰੱਖਿਆ ਗਿਆ ਹੈ। ਤਾਂ ਇੱਕ ਮਤਲਬ ਮੈਂ ਇਹੀ ਕਹਾਂਗਾ, ਉਹਦੇ ਵਾਸਤੇ ਮੈਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਗੱਲ ਕੀਤੀ ਸੀ, ਉਹਨਾਂ ਨੂੰ ਚਿੱਠੀ ਲਿਖੀ ਸੀ, ਆਪਣੇ ਪੱਧਰ ਤੇ ਮੈਂ ਵਕੀਲ ਵੀ ਖੜਾ ਕੀਤਾ ਸੀ, ਤਾਂ ਅਸੀਂ ਲੜਾਈ ਲੜੀ ਸੀ। ਤਾਂ ਉਹ ਸਾਡੀ ਬਹਬਲ ਕਲਾਂ ਵਾਲੀ ਜਿਹੜੀ ਤਫਤੀਸ਼ ਹੈ ਉਹ ਕਾਇਮ ਰੱਖੀ ਗਈ ਹੈ ਮਾਨਯੋਗ ਹਾਈ ਕੋਰਟ ਵੱਲੋਂ। ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਇਨਸਾਫ ਦੀ ਉਮੀਦ ਕਰੀਏ। ਹੁਣ ਦੇਖੋ ਜੋ ਚੀਜ਼ ਇਹ ਕਹਿ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ, ਮੈਂ ਤਾਂ ਵਿਧਾਨ ਸਭਾ ਦੇ ਵਿੱਚ ਕਿਉਂਕਿ ਲੋਕਾਂ ਨੇ ਮੈਨੂੰ ਇਸੇ ਕੰਮ ਵਾਸਤੇ ਭੇਜਿਆ ਸੀ ਕਿ ਲੋਕਾਂ ਦਾ ਮੁੱਦਾ ਉਠਾਉਣਾ ਹੈ, ਮੈਂ ਸਿਰਫ ਤੇ ਸਿਰਫ ਇਹੀ ਕਹਾਂਗਾ ਕਿ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਅਤ ਲਈ, ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਅਤ ਦੇ ਲਈ ਮੈਂ ਸਮਰਪਿਤ ਕਰਾਂਗਾ ਜੀ, ਬਾਕੀ ਦੀ ਸਾਰੀ ਜ਼ਿੰਦਗੀ, ਕਿਉਂਕਿ ਮੈਨੂੰ ਆਪਣੇ ਵਾਸਤੇ ਕੁਝ ਨਹੀਂ ਕਰਨਾ ਹੈ, ਅਸੀਂ ਪੰਜਾਬ ਦੇ ਲੋਕਾਂ ਵਾਸਤੇ ਸਾਰਾ ਕੁਝ ਕਰਨਾ ਹੈ। ਉਧਰ ਹਰਿਆਣਾ ਦੇ ਮਾਈਨਿੰਗ ਮਾਫੀਆ ਦੁਆਰਾ ਇੱਕ ਡੰਪਰ ਕੁਚਲਣ ਤੋਂ ਬਾਅਦ ਡੀਐਸਪੀ ਸੁਰਿੰਦਰ ਸਿੰਘ ਦੇ ਕਤਲ ਦੀ ਨਿਆਇਕ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਾਰੇ ਮਸਲੇ ਨੂੰ ਲੈ ਕੇ ਗ੍ਰਹਿ ਮੰਤਰੀ ਅनिल विज ਦਾ ਬਿਆਨ ਸਾਹਮਣੇ आया है। हरियाणा सरकार ने फैसला किया है कि डीएसपी सुरेंद्र कुमार की जो माफिया ने डंपर से कुचल कर हत्या कर दी है, उसकी जुडिशियल इंक्वायरी करवाई जाएगी और उस क्षेत्र में जो इलीगल माइनिंग हो रही है उसकी भी जांच कराई जाएगी। तो ये कब तक क्या टाइम बाउंड होगी या किनसे कराई जाएगी? नहीं, अभी इसका हमने डिसीजन कर लिया, बाकी चीज़ें अभी तय होंगी। दूसरा ये आपने जो इंक्वायरी के लिए बोला है, मतलब सीएम साहब को लिखा या नहीं, इन कंसल्टेशन विद सीएम साहब ही हुआ। जब से होगी किसी सिटिंग जब से होगी और वो सारी बातें तय होंगी। अभी प्रिंसिपली डिसाइड कर लिया है कि हम जुडिशियल जांच कराएंगे। देखिए, महात्मा गांधी जी ने अपने जीवन में बहुत सत्याग्रह किए, लेकिन हमने कभी नहीं देखा कि उन्होंने किसी चोरी या बेईमानी के लिए सत्याग्रह किया हो। सोनिया गांधी अगर साफ पाक हैं तो ये सब करने की क्या ज़रूरत है? वो जाएं, ईडी के प्रश्नों का उत्तर दें। अब इस प्रकार से ये जो प्रजातांत्रिक संस्थाएं हैं उनके ऊपर दबाव बनाना, ये तो प्रजातांत्रिक सिद्धांतों के खिलाफ है। क्यों कर रहे हैं? क्यों कर रहे हैं? अगर उनके नेता साफ है तो क्यों कर रहे हैं? उनके नेता जाए और ईडी के प्रश्नों का उत्तर दे। उधर कल श्रीमती सोनिया गांधी ईडी अगे पेश हुए, जिस दे विरोध वजों कांग्रेस पार्टी के आगुआं ने दिल्ली विच धरना प्रदर्शन किया। उधर द्रौपदी मुर्मू जो कि देश के नवे राष्ट्रपति चुने गए हैं, उन्होंने कल ही राष्ट्रपति की चोण जीती।
द्रौपदी मुर्मू जी की जिੱਤ ਤੋਂ ਬਾਅਦ ਦੇਸ਼ ਭਰ ਵਿੱਚ ਭਾਜਪਾ ਵਰਕਰ ਖੁਸ਼ੀਆਂ ਮਨਾ ਰਹੇ ਹਨ। ਚੰਡੀਗੜ੍ਹ ਵਿੱਚ ਲੱਡੂ ਵੀ ਵੰਡੇ ਗਏ ਅਤੇ ਉਹਨਾਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਵਜੋਂ ਭੰਗੜਾ ਵੀ ਪਾਇਆ। द्रौपदी मुर्मू आज राष्ट्रपति का चुनाव जीती हैं। मैं अपनी ओर से भी, हरियाणा सरकार की ओर से भी, हरियाणा के नगरवासियों के ओर से भी उनको हार्दिक बधाई देना चाहता हूँ। द्रौपदी मुर्मू जी ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ राजकुमार वेरका का भी बयान सामने आया। मैं धन्यवाद देता हूँ खास करके प्रधानमंत्री नरेंद्र मोदी जी को, जिन्होंने गरीब आदिवासी महिला को देश की राष्ट्रपति बनाया है। मैं महसूस करता हूँ कि बाबा साहब के सपनों को मोदी जी पूरा कर रहे हैं और मैं आज महसूस करता हूँ कि हर ऊंचे ओहदे की बनी हकदार बेटियाँ अब तो चला भी सकती है सरकार बेटियाँ, और ये मौका मोदी जी ने दिया है और यहाँ बाबा साहब अम्बेडकर के उन्होंने सपनों को पूरा किया है। पूरा समाज, पूरा देश नरेंद्र मोदी जी का धन्यवाद करता है, तो हम अपने नए राष्ट्रपति को मुबारकबाद देते हैं। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਬਹੁਤ ਬਹੁਤ ਧੰਨਵਾਦ।